यह हमारा पीर, यह हमारा पीर, यह हमारा पीर, यह हमारा पीर, यह हमारा पीर है। पुरोहित है, पुरोहित है, पुरोहित है, यह हमारा पीर, यह हमारा पीर, यह हमारा पीर, यह हमारा पीर। आप कृपान बंदो खड़गो, आप कृपान बंदो खड़गो, तुम कतबर आरतीर, तुम कतबर आरतीर है। पुरोहित है, पुरोहित है, यह हमारा पीर, 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 यह हमारा पीर। काल तूही, काली तूही, काल तूही, काली तूही, तूही पे आरतीर, तूही पे आरतीर,
जगदीर आज तुझी जगदीर यह हमारा पीर यह हमारा पीर यह हमारा पीर यह हमारा पीर अत कृपान खंडो खड़ अत कृपान खंडो खड़ तुक तबर हर तीर तुक तबर हर तीर सैफ करोगी सैफी सैफ करोगी सैफी यह हमारा पीर 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 सैफ करोगी सैफी सैफ करोगी सैफी यह हमारा पीर 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 वाहिगुरू तैथों ही बलराम लै नाल बाणा दह सिर काया तैथों ही बलराम लै नाल बाणा दह सिर काया तैथों ही बलराम लै नाल बाणा दह सिर काया 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 तैथों ही बलराम लै नाल बाणा दह सिर काया तैथों ही बलराम लै नाल बाणा दह सिर काया खंडा पिठ में आज खंडा पिठ में आज इन सब संसार पाया इन सब संसार पाया ब्रह्मा विष्णु महेश काल
ਨਾਮ ਲੈ, ਨਾਲ ਬਾਣਾ ਬਹਿ ਸਿਰ ਖਾਇਆ, ਤੈਥੋਂ ਹੀ ਬਲ ਰਾਮ ਲੈ, ਨਾਲ ਬਾਣਾ ਬਹਿ ਸਿਰ ਖਾਇਆ। ਤੈਥੋਂ ਹੀ ਬਲ ਰਾਮ ਲੈ, ਤੈਥੋਂ ਹੀ ਬਲ ਰਾਮ ਲੈ, ਨਾਲ ਬਾਣਾ ਦਹਿ ਸਿਰ ਖਾਇਆ, ਨਾਲ ਬਾਣਾ ਦਹਿ ਸਿਰ ਖਾਇਆ, ਤੈਥੋਂ ਹੀ ਬਲ ਕ੍ਰਿਸ਼ਨ ਤੈਥੋਂ ਹੀ ਬਲ ਕ੍ਰਿਸ਼ਨ ਲੈ, ਕੰਧ ਕੇਤੀ ਪਕੜ ਗਿਰਾਇਆ, ਕੰਧ ਕੇਤੀ ਪਕੜ ਗਿਰਾਇਆ, ਵੱਡੇ ਵੱਡੇ ਮੁਨ ਦੇਵਤੇ, ਵੱਡੇ ਵੱਡੇ ਮੁਨ ਦੇਵਤੇ, ਕਈ ਜੁਗ ਤਿਨੀ ਤਨ ਤਾਇਆ, ਕਈ ਜੁਗ ਤਿਨੀ ਤਨ ਤਾਇਆ, ਇਨੀ ਤੇਰਾ ਅੰਤ ਨਾ ਪਾਇਆ, ਇਨੀ ਤੇਰਾ ਅੰਤ ਨਾ ਪਾਇਆ, ਵਾਹਿਗੁਰੂ ਇਨੀ ਤੇਰਾ ਅੰਤ ਨਾ ਪਾਇਆ, ਇਨੀ ਤੇਰਾ ਅੰਤ ਨਾ ਪਾਇਆ, ਤੈਥੋਂ ਹੀ ਬਲ ਰਾਮ ਲੈ, ਨਾਲ ਬਾਣਾ ਬਹਿ ਸਿਰ ਖਾਇਆ, ਤੈਥੋਂ ਹੀ ਬਲ ਰਾਮ ਲੈ, ਨਾਲ ਬਾਣਾ ਬਹਿ ਸਿਰ ਖਾਇਆ, 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 ਤੈਥੋਂ ਹੀ ਬਲ ਰਾਮ ਲੈ, ਨਾਲ ਬਾਣਾ ਬਹਿ ਸਿਰ ਖਾਇਆ, ਤੈਥੋਂ ਹੀ ਬਲ ਰਾਮ ਲੈ, ਨਾਲ ਬਾਣਾ ਬਹਿ ਸਿਰ ਖਾਇਆ, ਨਾਲ ਬਾਣਾ ਬਹਿ ਸਿਰ ਖਾਇਆ, ਨਾਲ ਬਾਣਾ ਬਹਿ ਸਿਰ ਖਾਇਆ। ਵਾਹਿਗੁਰੂ। ਖੜਗ ਕੇਤ ਮੈਂ ਸਰਣ ਲਿਹਾਈ, ਖੜਗ ਕੇਤ ਮੈਂ ਸਰਣ ਲਿਹਾਈ, ਖੜਗ ਕੇਤ ਮੈਂ ਸਰਣ ਲਿਹਾਈ, ਖੜਗ ਕੇਤ ਮੈਂ
ਸਰਬ ਠਾਰੋਂ ਹੋ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ। ਸ੍ਰੀ ਅਸ ਤੁਜ ਜਪ ਭਏ ਦਇਆਲਾ, ਗ੍ਰੰਥ ਕਰਾ ਪੂਰਨ ਤਤਕਾਲਾ। ਮਨ ਵਾਂਛਿਤ ਫਲ ਪਾਵੈ ਸੋਈ, ਦੁਖ ਨਤ ਸਹਿ ਵਿਆਪਤ ਕੋਈ। ਪੁਨ ਰਾਸ਼ਸ ਕਾ ਘਾਟਾ ਸੀਸਾ, ਸ੍ਰੀ ਅਸਕੇਤ ਜਗਤ ਕੇ ਈਸਾ। ਉਹ ਪਨ ਦ੍ਰਿਸ਼ਟ ਗਗਨ ਤੇ ਭਈ, ਸਭ ਹਿਨ ਆਨ ਬਧਾਈ ਦਈ। ਧਨ ਧਨ ਲੋਗਨ ਕੇ ਰਾਜਾ, ਦੁਸ਼ਟਨ ਦਾ ਗਰੀਬ ਨਿਵਾਜਾ। ਅਖਲ ਭਵਨ ਕੇ ਸਿਰਜਨਹਾਰੇ, ਅਖਲ ਭਵਨ ਕੇ ਸਿਰਜਨਹਾਰੇ। ਦਾਸ ਜਾਨ ਮੋਹ ਲਿਹੋ ਉਬਾਰੇ, ਜਿਤੇ ਅਸਤਰ ਭੇਮ ਨਮਸਕਾਰ ਤੇਮ। ਜਿਤੇ ਅਸਤਰ ਭੇਮ ਨਮਸਕਾਰ ਤੇਮ। ਜਿਤੇ ਅਸਤਰ ਭੇਮ ਨਮਸਕਾਰ ਤੇਮ। ਜਿਤੇ ਅਸਤਰ ਭੇਮ ਨਮਸਕਾਰ ਤੇਮ।
ਸ੍ਰੀ ਵਾਹਿਗੁਰੂ। ਹੇ ਰਾਗ ਹੇ ਸਸ ਹੇ ਕਰਨਾ ਨਿਤ, ਮੇਰੀ ਅਵੈ ਬੇਨਤੀ ਸੁਣ ਲੀਜੈ। ਔਰ ਨਾ ਮੰਗਤ ਹਾਂ ਤੁਮ ਤੇ ਕਛ, ਚਾਹਤ ਹਮ ਜਿਤ ਮੈਂ ਸੋਈ ਕੀਜੈ। ਸ਼ਸਤਰ ਸਿਉਵਤ ਹੀਰਨ ਭੀਤਰ, ਜੂਝ ਮਰਨ ਤੋ ਸਾਰ ਪਤੀਜੈ। ਸੰਤ ਸਹਾਏ ਸਦਾ ਜਗ ਮਾਹੇ, ਕਿਰਪਾ ਕਰ ਸਿਆਮ ਇਹ ਹੈ ਬਲ ਦੀਜੈ। ਧਨ ਜੀਓ ਤੇ ਕੋ ਜਗ ਮੈਂ, ਮੁਖ ਤੇ ਹਰ ਚਿਤ ਮੈਂ ਜੁਗ ਵਿਚਾਰ। ਦੇਹ ਅਨਿਤ ਨਾਨਿਤ ਰਹੈ, ਜਸ ਨਾਮ ਚੜ੍ਹੈ ਪਗ ਸਾਗਰ ਤਾਰੈ। ਤੀਰਥ ਧਾਮ ਬਣਾਏ ਇਹ ਤਨ, ਬੁੱਧ ਸੋਧੀ ਮੁਖ ਜਿਉ ਜਿਆਰੈ। ਗਿਆਨੈ ਕੀ ਬੜਨੀ ਮਨੋ ਹਾਥ ਲੈ, ਕਾਤਰ ਤਾਕਤ ਵਾਰ ਲੋਹਾਰੈ। ਹਰ ਜਸ ਗਾਏ ਲੈ, ਪਿਆਰੇ ਜੋ ਸੰਗੀ ਹੈ ਤੇਰੇ। ਹਰ ਜਸ ਗਾਏ ਲੈ, ਜੋ ਸੰਗੀ ਹੈ ਤੇਰੇ। ਹਰ ਜਸ ਗਾਏ ਲੈ, ਪਿਆਰੇ ਜੋ
ਹਰ ਜਸ ਰੇ ਮਨ ਗਾਏ ਜੋ ਸੰਗੀ ਹੈ ਤੇਰੋ ਅਵਸਰ ਵੀ ਤਿਉ ਜਾਤ ਹੈ ਕਹਿਓ ਮਾਨ ਲੈ ਮੇਰੂ ਸੰਪਤ ਰਤ ਧਨ ਰਾਜ ਸਿਓ ਅਤ ਨਿਮੋ ਲਗਾਇਓ ਕਾਲ ਹਾਸ ਜਪ ਗਲ ਪਰੀ ਸਭ ਪਇਓ ਪਰਾਇਓ ਜਾਨ ਬੂਝ ਕੇ ਬਾਬਰੇ ਤੈ ਕਾਜ ਵਿਗਾਰਿਓ ਪਾਪ ਕਰਤ ਸੁਖ ਜੋ ਨਹੀਂ ਨਹਿ ਗਰਭ ਨਿਵਾਰਿਓ ਜੇ ਵਿਦ ਗੁਰ ਉਪਦੇਸਿਆ ਸੋ ਸੁਮਰੇ ਭਾਈ ਨਾਨਕ ਕਹਿਤ ਪੁਕਾਰ ਕੈ ਗਹੋ ਪ੍ਰਭ ਸਰਨਾਈ ਡੇਰਾ ਨੀ ਜਿੰਦੇ ਸਿਰੋਂ ਪਰੇ ਹੈ ਪ੍ਰੇਮਾ ਡੇਰਾ ਨੀ ਜਿੰਦੇ ਸਿਰੋਂ ਪਰੇ ਹੈ ਪ੍ਰੇਮਾ ਡੇਰਾ ਨੀ ਸਿਰੋਂ ਪਰੇ ਪਰਮ ਸਤਿਕਾਰਯੋਗ ਗੁਰੂ ਗੁਰੂ ਖਾਲਸਾ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਆਪ ਸਰਬਤ ਮਾਈ ਭਾਈ ਦੂਰੋਂ ਨੇੜੇ ਚੱਲ ਕੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਪਾਵਨ ਦਰਬਾਰ ਸਾਹਿਬ ਦੀਆਂ ਬਹਾਦਰੀਆਂ ਪਾ ਰਹੇ ਹਨ। ਅੱਜ ਪਵਿੱਤਰ ਪਾਵਨ ਦਸਵੀਂ ਦੇ ਦਿਹਾੜੇ ਹਨ। ਹਰੇਕ ਮਹੀਨੇ ਦੀ ਤਰ੍ਹਾਂ ਸਤਿਪੁਰਸ਼ਾਂ ਵੱਲੋਂ ਚਲਾਈ ਗਈ ਪ੍ਰਪਾਟੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੁੰਦੇ ਹਨ, ਜਿਨ੍ਹਾਂ ਦੀ ਅੰਮ੍ਰਿਤ ਵੇਲੇ ਸਮਾਪਤੀ ਹੋਈ ਹੈ। ਦੁਪਹਿਰ ਦੇ ਨਿਵਾਨ ਸਜੇ ਹੋਏ ਹਨ। ਸਤਿਗੁਰਾਂ ਦੀ ਰੱਬੀ ਗੁਰਬਾਣੀ ਦਾ ਕੀਰਤਨ ਕਰਕੇ ਤੇ ਸੁਣ ਕੇ ਇਸ ਜੀਵਨ ਦੀਆਂ ਘੜੀਆਂ, ਜੀਵਨ ਦੇ ਪਲ, ਇਹ ਸਮਾਂ ਇਹਨੂੰ ਆਪਣਾ ਸਫਲਾ ਬਣਾ ਰਹੇ ਹਾਂ ਰਲ ਮਿਲ ਕਰਕੇ ਸਾਰੇ।
ਸਾਰੇ ਗੱਜ ਵੱਜ ਕੇ ਫਤਿਹ ਬੁਲਾਓ, ਹਾਜ਼ਰੀ ਲਵਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਗ ਸੁਹਾਵੇ ਜਾਂ ਤਉ ਤਿਰ ਜੁਲਦੇ, ਅਕਾਲ ਪੁਰਖ ਵਾਹਿਗੁਰੂ ਨੇ ਸਰੀਰ ਬਣਾਇਆ, ਪਰ ਪੈਰ ਸਭ ਤੋਂ ਨੀਚੇ ਲਾਏ ਨੇ। ਵੱਡੇ ਤੋਂ ਵੱਡਾ ਮਨੁੱਖ, ਸ਼ਕਤੀਸ਼ਾਲੀ, ਉਹ ਵੀ ਕਿਤੇ ਗੁਰੂ ਦਰਬਾਰ ਵਿੱਚ ਜਾਂ ਸਤਿਪੁਰਸ਼ਾਂ ਦੇ ਕੋਲ ਜਾਂਦਾ ਤਾਂ ਚਰਨਾਂ ਨੂੰ ਹੀ ਨਮਸਕਾਰ ਕੀਤੀ ਜਾਂਦੀ, ਕਿਉਂਕਿ ਸਰੀਰ ਨੂੰ ਚੱਕਣ ਵਾਲੇ ਇਹ ਪੈਰ ਹਨ। ਚਰਨ ਸਤਿਪੁਰਸ਼ਾਂ ਦੇ ਹੁੰਦੇ ਆ। ਸਤਿਕਾਰਤ ਵਜੋਂ ਬਾਣੀ ਵੀ ਸੱਚੇ ਪਾਤਸ਼ਾਹ ਕਹਿੰਦੇ ਆ ਇਹ ਸਫਲ ਹੁੰਦੇ ਆ ਪੈਰ ਉਹਨਾਂ ਦੇ ਜਿਹੜੇ ਗੁਰੂ ਦਰਬਾਰ ਵਿੱਚ ਚੱਲ ਕੇ ਆਉਂਦੇ। ਪਾਵ ਸੁਹਾਵੇ ਸਫਲੇ ਨੇ ਪੈਰ, ਜਾਂ ਤਉ ਧਿਰ ਜੁਲਦੇ, ਜਿਹੜੇ ਚੱਕ ਕੇ ਲਿਆਏ ਨੇ ਸਰੀਰ ਨੂੰ ਕਿਤੇ ਸਤ ਸੰਗਤ ਵਿੱਚ, ਗੁਰੂ ਦਰਬਾਰ ਵਿੱਚ। ਸੀਸ ਸੁਹਾਵਾ ਚਰਨੀ, ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਪੈਰ ਤੇ ਔਰ ਸੀਸ ਦੀ ਮਹਾਨਤਾ ਦੱਸੀ ਹੈ। ਸੀਸ ਉਦੋਂ ਸਫਲਾ ਹੁੰਦਾ ਜਦੋਂ ਪ੍ਰਭੂ ਪਿਆਰਿਆਂ ਦੇ ਚਰਨਾਂ ਦੇ ਉੱਪਰ, ਸਤਿਪੁਰਸ਼ਾਂ ਦੇ ਚਰਨਾਂ ਦੇ ਉੱਪਰ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਇਹ ਨਮਸਕਾਰ ਕਰਦਾ। ਬਾਕੀ ਸਾਰਾ ਹਿੱਸਾ ਸਰੀਰ ਦਾ ਇਹਦੇ ਵਿੱਚ ਹੀ ਆ ਗਿਆ। ਜਦੋਂ ਇਹਨੂੰ ਚਰਨ ਚੁੱਕ ਕੇ ਲਿਆਏ ਗੁਰੂ ਦਰਬਾਰ ਵਿੱਚ, ਇਹਨੇ ਨਮਸਕਾਰ ਕੀਤੀ, ਬੈਠ ਗਿਆ ਗੁਰਸਿੱਖ। ਫਿਰ ਇਹਦੇ ਮਨ ਦੇ ਵਿੱਚ ਵਿਚਾਰ ਆਉਣੀ ਹੈ ਕਿ ਆਪਾਂ ਇੱਥੇ ਆਏ ਹਾਂ, ਪੂਰਾ ਲਾਹਾ ਆਪਾਂ ਨੂੰ ਪ੍ਰਾਪਤ ਹੋਵੇ। ਇਹ ਉਹਨਾਂ ਦੀ ਗੱਲ ਕਰ ਰਹੇ ਨੇ ਸੱਚੇ ਪਾਤਸ਼ਾਹ, ਜਿਹੜੇ ਜਗਿਆਸੂ ਹਨ, ਜਿਨ੍ਹਾਂ ਦਾ ਮਨ ਜਾਗ ਖਲੋਤਾ। ਮਨ ਜਾਗਣ ਕੀ ਇਹ ਹੈ ਨਿਸ਼ਾਨੀ। ਫਿਰ ਇਹ ਬੁੱਧੀ ਵਿੱਚ ਚੰਗੇ ਵਿਚਾਰ ਪੈਦਾ ਹੋ ਜਾਂਦੇ, ਮਨ ਜਾਗ ਜਾਂਦਾ। ਧੰਨ 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 ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਸਾਰੀ ਮਨੁੱਖਤਾ ਦੇ ਭਲੇ ਵਾਸਤੇ, ਸਭ ਦੀ ਕਲਿਆਣ ਵਾਸਤੇ ਮਹਾਰਾਜ ਕਹਿੰਦੇ ਐ ਮਨੁੱਖ ਹੈ ਜੀ, ਤੂੰ ਗਾਫਲਤਾ ਦੀ ਨੀਂਦ ਵਿੱਚ ਸੁੱਤਾ ਹੋਇਆ, ਬੇਸੁਰਤ ਹੈ, ਬੇਸਮਝ ਹੈ, ਸੁੱਤਾ ਪਿਆ ਗਾਫਲਤਾ ਦੀ ਨੀਂਦ ਵਿੱਚ। ਤੂੰ ਜਰਾ ਥੋੜਾ ਜਿਹਾ ਸੁਚੇਤ ਹੋ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਬਾਣੀ ਦਾ ਬਚਨ ਸਾਰੀ ਮਨੁੱਖਤਾ ਨੂੰ ਸੁਚੇਤ ਹੋਣ ਵਾਸਤੇ ਮਹਾਰਾਜ ਕਰਦੇ ਹੈ ਕਿ ਕੋਈ ਨਾ ਕੋਈ ਮਨੁੱਖ ਸੁਚੇਤ ਹੋ ਜਾਵੇ, ਜਾਗ ਜਾਵੇ। ਫਿਰ ਜਾਗਿਆ ਹੋਇਆ ਮਨ ਹੀ ਗੁਰੂ ਚਰਨਾਂ ਵਿੱਚ ਆਏਗਾ, ਬਾਣੀ ਪੜ੍ਹੇਗਾ, ਸੇਵਾ ਕਰੇਗਾ। ਇਹ ਜੀਵਨ ਇਹਦਾ ਸਫਲਾ ਹੋਵੇਗਾ। ਇਹਦੇ ਮਨ ਅੰਦਰ ਗੁਰੂ ਪ੍ਰਤੀ ਪ੍ਰੇਮ ਦੀ ਚਿੰਗਾੜੀ ਪੈਦਾ ਹੋਵੇਗੀ। ਜਦੋਂ ਮਨ ਜਾਗ ਜਾਂਦਾ, ਗੁਰੂ ਤੇਗ ਬਹਾਦਰ ਮਹਾਰਾਜ ਸਭ ਨੂੰ ਸੰਬੋਧਨ ਕਰਕੇ ਬਾਣੀ ਦੇ ਬਚਨ
ਉਚਾਰਨ ਕਰਦੇ ਹਾਂ। ਜਾਗ ਲਿਓ ਰੇ ਮਨਾ, ਜਾਗ ਲਿਓ, ਜਾਗ ਲਿਓ ਰੇ ਮਨਾ, ਜਾਗ ਲਿਓ। ਜਾਗ ਲਿਓ ਰੇ ਮਨਾ, ਜਾਗ ਲਿਓ, ਜਾਗ ਲਿਓ ਰੇ, ਜਾਗ ਜਾਗ ਲਿਓ ਰੇ ਮਨਾ, ਜਾਗ ਲਿਓ, ਤਾਹਾਂ ਗਾਫਲ ਸੋਇਆ। ਸੱਚੇ ਪਾਤਸ਼ਾਹ ਕਹਿੰਦੇ ਗਾਫਲਤਾ ਦੀ ਗੂੜੀ ਨੀਂਦ ਵਿੱਚ ਸੁੱਤਾ ਹੋਇਆ, ਸੁਚੇਤ ਹੋ, ਜਾਗ। ਇਸ ਕਰਕੇ ਇਹ ਜਾਗੇ ਹੋਏ ਪੁਰਸ਼ਾਂ ਦੀ ਨਿਸ਼ਾਨੀ, ਮਨ ਵਿੱਚ ਚੰਗੇ ਵਿਚਾਰ ਪੈਦਾ ਹੁੰਦੇ, ਫਿਰ ਬਾਣੀ ਸੁਣੇਗਾ, ਚੱਲ ਰਹੀ ਬਾਣੀ ਦੀ ਵਿਚਾਰ ਵਿੱਚ ਧਿਆਨ ਦੇਵੇਗਾ ਕਿ ਸੱਚੇ ਪਾਤਸ਼ਾਹ ਦਾ ਇਹ ਜੋ ਉਪਦੇਸ਼ ਹੈ ਇਹ ਮੈਨੂੰ ਹੋ ਰਿਹਾ। ਗਾਵਿਆ ਸੁਣਿਆ ਤਿਨ ਕਾਰ ਥਾਏ ਪਾਵੈ, ਜਿਨ ਸਤਿਗੁਰੂ ਕੀ ਆਗਿਆ ਸਤ ਸਤ ਕਰਨਾ। ਕਿ ਮੈਨੂੰ ਉਪਦੇਸ਼ ਕਰ ਰਹੇ ਨੇ ਸੱਚੇ ਪਾਤਸ਼ਾਹ, ਗੁਰੂ ਪ੍ਰਤੀ ਮਨ ਵਿੱਚ ਸ਼ਰਧਾ ਭਾਵਨਾ ਪ੍ਰੇਮ ਇਹਦੇ ਵਿੱਚ ਫਿਰ ਪੈਦਾ ਹੋਵੇਗਾ ਜਦੋਂ ਗੁਰੂ ਪਰਿਵਾਰ ਵਿੱਚ ਚੱਲ ਕੇ ਆ ਕੇ ਸ਼ਰਧਾ ਭਾਵਨਾ ਨਾਲ ਨਮਸਕਾਰ ਕਰੇਗਾ, ਗੁਰੂ ਦੇ ਵਿਚਾਰਾਂ ਨੂੰ ਸਰਵਣ ਕਰੇਗਾ, ਮਨ ਵਿੱਚ ਉਤਸ਼ਾਹ ਪੈਦਾ ਹੋਵੇਗਾ ਹੋਰ ਵੱਧ। ਸਾਧ ਸੰਗਤ, ਇਹ ਜੋ ਦਸਵੀਂ ਹੈ ਨਾ, ਇਹਨੂੰ ਵਿਜੇ ਦਸਵੀਂ ਕਿਹਾ ਜਾਂਦਾ ਹੈ।
ਵਿਜੈ ਦਸ਼ਮੀ ਤੋਂ ਭਾਵ ਵੈਸੇ ਤਾਂ ਇਹ ਵਿਜੈ ਦਸ਼ਮੀ ਨੂੰ ਹੀ ਦੁਸਹਿਰਾ ਕਿਹਾ ਜਾਂਦਾ, ਪਰ ਕੁਝ ਕਾਰਨਾਂ ਕਰਕੇ ਤਰੀਕ ਦਾ ਅੱਗਾ ਪਿਛਾ ਹੋਣ ਕਰਕੇ ਦੁਸਹਿਰਾ ਕਈਆਂ ਨੇ ਕੱਲ੍ਹ ਮਨਾਇਆ ਤੇ ਆਪਾਂ ਤਾਂ ਹਰ ਮਹੀਨੇ ਇਹ ਸਮਝੋ ਵਿਜੈ ਦਸ਼ਮੀ ਮਨਾਉਂਦੇ ਹਾਂ। ਹਰੇਕ ਮਹੀਨੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦੇ ਪਾਠ ਸੇਵਾ, ਗੁਰੂ ਕੇ ਲੰਗਰ ਚੱਲਦੇ ਹਨ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਮਹਾਨ ਮਨੁੱਖ ਦੀ ਕੀਮਤ ਨੂੰ ਪਾਉਣਾ ਕੀਤਾ। ਹੁਣ ਮਨ ਵਿੱਚ ਖਿਆਲ ਆਵੇਗਾ ਕਿ ਉਹ ਮਹਾਨ ਮਨੁੱਖ ਕਿਹੜਾ, ਜਿਹਦੇ ਵਿੱਚ 5 ਗੁਣ ਸਨ। ਅੱਜ ਤੱਕ ਜਿਹੜਾ ਦੁਨੀਆ ਦੇ ਤਖਤੇ ਤੇ ਕੋਈ ਵੀ ਪੈਦਾ ਹੋਇਆ, ਇਹ 5 ਗੁਣ ਰੱਬ ਨੇ ਕਿਸੇ ਨੂੰ ਨਹੀਂ ਦਿੱਤੇ। ਅਤ ਸੁੰਦਰ, ਕੁਲੀਨ, ਚਤਰ, ਮੁਖ ਗਿਆਨੀ, ਧਨਵਾਨ। ਇਹ ਜਿਹਦੇ ਪੁਤਲੇ ਬਣਾ ਬਣਾ ਕੇ ਫੂਕਦੇ ਨੇ, ਵੈਸੇ ਐਤਕੀ ਤਾਂ ਬਹੁਤ ਘੱਟ ਫੂਕੇ ਨੇ, ਕਿਉਂਕਿ ਸਮਝ ਆ ਗਈ ਲੋਕਾਂ ਨੂੰ ਕਿ ਅਸਲੀ ਰਾਵਣ ਦਾ ਕੁਝ ਹੋਰ ਨੇ। ਜਿਹੜੇ ਅਸਲੀ ਰਾਵਣ ਦੇ ਚਿਹਰੇ ਨੇ, ਉਹਨਾਂ ਨੇ ਤਾਂ ਰੂਪ ਬਦਲਿਆ ਹੋਇਆ ਹੁਣ, ਉਹ ਹੋਰ ਭੇਸ ਵਿੱਚ ਆਏ ਹੋਏ, ਪਰ ਇਹ ਜਾਗ ਚੁੱਕੇ ਨੇ ਇਨਸਾਨ। ਇਹ ਮਨ ਜਾਗ ਗਿਆ ਹੈ। ਸਾਰੀਆਂ ਸੰਸਥਾਵਾਂ, ਇਹ ਕਹਿ ਲਈਏ ਹਿੰਦੁਸਤਾਨ ਦੀ ਮਨੁੱਖਤਾ ਜਿਹੜੀ ਹੈ, ਇਹ ਥੋੜ੍ਹੀ ਜਿਹੀ ਸੁਚੇਤ ਹੋ ਚੁੱਕੀ ਹੈ ਕਿ ਜਿਹੜੇ ਰਾਵਣਾਂ ਦੇ ਸਾਨੂੰ ਪੁਤਲੇ ਫੂਕਣੇ ਚਾਹੀਦੇ ਸਨ, ਉਹਨਾਂ ਦੇ ਤਾਂ ਅਜੇ ਤੱਕ ਫੂਕੇ ਨਹੀਂ, ਹੁਣ ਫੂਕਣ ਲੱਗੇ। ਰਹੋ ਵਿਚਾਰ, ਇਹਦੇ ਪੁਤਲੇ ਬੜੇ ਫੂਕਦੇ ਨੇ ਰਾਵਣ ਦੇ। 2 ਤਰ੍ਹਾਂ ਦੇ ਵਿੱਚ ਯੁੱਧ ਹੁੰਦਾ ਹੈ ਨਾ, ਜਦੋਂ ਲਾਜ਼ਮੀ ਇੱਕ ਧਿਰ ਹਾਰਦੀ ਹੈ। ਜਿਹੜਾ ਇਨਸਾਨ ਜਿਹੜੀ ਧਿਰ ਹਾਰ ਜਾਂਦੀ ਹੈ, ਉਹਦੇ ਨਾਲ ਨਾ ਤਾਂ ਪੱਤਰਕਾਰ ਤੁਰਦੇ ਨੇ, ਨਾ ਕੋਈ ਮੀਡੀਆ ਗੱਲ ਸੁਣਦਾ, ਤੇ ਨਾ ਹੀ ਲਿਖਾਰੀ ਅਖਬਾਰਾਂ ਵਾਲੇ। ਇਹੀ ਰਾਵਣ ਦੇ ਨਾਲ ਹੋਇਆ। ਉੱਥੋਂ ਹੀ ਗੱਲ ਚੱਲੀ, ਹਿੰਦੁਸਤਾਨ ਦੇ ਵਿੱਚ ਪ੍ਰਚਲਿਤ ਹੋ ਗਈ ਕਿ ਘਰ ਦਾ ਭੇਤੀ ਲੰਕਾ ਢਾਏ। ਜੇ ਭੀਖਣ ਸੀ ਜਿਹੜਾ, ਉਹਨੂੰ ਆ ਕੇ ਉੱਥੋਂ ਦੀ ਰਾਮ ਨੂੰ ਸਾਰਾ ਜਾਇਜ਼ਾ ਨਾ ਦਿੰਦਾ। ਇੱਕ ਰਾਮ ਤਾਂ ਕੀ, ਸੈਂਕੜੇ ਰਾਮ ਵੀ ਆ ਜਾਂਦੇ ਤਾਂ ਵੀ ਰਾਵਣ ਨੂੰ ਜਿੱਤ ਨਹੀਂ ਸੁਣ ਸਕਦੇ, ਪਰ ਭੇਦ ਦੇ ਦਿੱਤਾ। ਇੱਥੋਂ ਗਦਾਰੀ ਸ਼ੁਰੂ ਹੋ ਗਈ। ਜਿਹੜਾ ਘਰ ਦਾ ਭੇਤੀ ਹੀ ਸਾਰਾ ਭੇਦ ਦੇ ਦੇਵੇ, ਚੋਰਾਂ ਨਾਲ ਜਾਰ ਵਾਲੇ ਜਾ ਕੇ ਫਿਰ ਉੱਥੇ ਵਸ਼ ਚੋਰੀ ਹੋਣੀ। ਇਹ ਸਦੀਆਂ ਤੋਂ ਸਿਲਸਿਲਾ ਚੱਲਿਆ ਆ ਰਿਹਾ। ਪੰਥ ਦੇ ਵਿੱਚ ਵੀ ਕਈ ਐਸੇ ਗਦਾਰ ਮਨੁੱਖ ਹਨ, ਹੁਣ ਵੀ ਹੈਗੇ, ਬੀਜਨਾਸ਼ ਨੇ, ਜਿਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ, ਉੱਪਰੋਂ ਮਖੌਟ ਹੋ ਰਿਹਾ, ਵਿੱਚੋਂ ਹੋਰ ਨੇ ਕੁਝ।
ਇਹ ਉਹਦੀ ਵੀ ਅੰਸ਼ ਤੁਰੀ ਆਉਂਦੀ। ਪੰਥ ਨਾਲ ਗਦਾਰੀ ਕਰਨੀ, ਜ਼ਿਮੀਂਦਾਰਾਂ ਨਾਲ ਧੋਖੇ ਕਰਨੇ, ਹੋਰ ਬੜੀਆਂ ਐਸੀਆਂ ਏਜੰਸੀਆਂ ਦੇ ਰੂਪ ਦੇ ਵਿੱਚ ਹਨ ਜਿਹੜੇ ਧੋਖਾਧੜੀ ਵਿੱਚ ਲੱਗੇ। ਕਹਿਣ ਤੋਂ ਭਾਵ ਕਿ ਜੇ ਕਿਤੇ ਗਦਾਰੀ ਨਾ ਕਰਦਾ ਵਪੀਖਣ, ਸੈਂਕੜੇ ਰਾਮ ਵੀ ਉਹਦਾ ਨੁਕਸਾਨ ਨਹੀਂ ਸਨ ਕਰ ਸਕਦਾ। ਸਾਧ ਸੰਗਤ, ਇਹ ਪੰਜ ਗੁਣ ਕਿਸੇ ਨੂੰ ਅੱਜ ਤੱਕ ਨਹੀਂ ਦਿੱਤੇ ਜਿਹੜੇ ਰਾਵਣ ਦੇ ਵਿੱਚ ਸਨ। ਅਤ ਸੁੰਦਰ, ਸੋਹਣਾ ਸੁਨੱਖਾ ਬਹੁਤ ਸੀ, ਸ਼ਿਵ ਜੀ ਦਾ ਉਪਾਸਕ ਸੀ, ਅੱਠੇ ਪਹਿਰ ਮਨ ਉਹਦੇ ਸਿਮਰਨ ਵਿੱਚ ਲੱਗਿਆ ਰਹਿੰਦਾ, ਸ਼ਿਵ ਜੀ ਨੂੰ ਯਾਦ ਕਰਦਾ ਰਹਿੰਦਾ, ਆਰਾਧਨਾ ਕਰਦਾ ਰਹਿੰਦਾ ਸੀ ਉਹਦੀ। ਤਾਂ ਹੀ ਕਹਿੰਦੇ ਨੇ ਕਾਲ ਪਾਵੇ ਨਾਲ ਬੰਨਿਆ, ਸਮਾਂ ਬੰਨਿਆ ਹੋਇਆ ਸੀ ਉਹਨੇ। ਸਮਾਂ ਕਾਲ ਇੱਕੋ ਹੀ ਚੀਜ਼, ਇਕੱਠੇ ਪੈਰ ਸਮਾਧੀ। ਅਤ ਸੁੰਦਰ, ਸੋਹਣਾ ਸੁਨੱਖਾ ਬਹੁਤ ਸੀ, ਕੁਲੀਨ, ਉੱਚੀ ਕੁਲ ਸੀ। ਅਤ ਸੁੰਦਰ ਕੁਲੀਨ, ਚਤਰ, ਚਤਰ ਬੜਾ ਤੇਜ਼ ਦਿਮਾਗ ਵਾਲਾ ਇਨਸਾਨ। ਉਹਦੀ ਚਤਰਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਲਿਖੀ ਹੈ ਕਿ ਰਾਮ ਦੀ ਘਰਵਾਲੀ ਨੂੰ ਚੁੱਕ ਕੇ ਲੈ ਆਇਆ, ਕਿ ਫੌਜਾਂ ਨਹੀਂ ਲੈ ਕੇ ਗਿਆ, ਕੁਝ ਨਹੀਂ ਕੀਤਾ, ਡੌਰੂ ਵਜਾ ਕੇ ਚੁੱਕ ਲਿਆ। ਜਿਨ ਸੀਤਾ ਦੀ ਡੌਰੂ ਗਾਏ, ਡੌਰੂ ਵਜਾ ਕੇ ਚੁੱਕ ਲਿਆ। ਇਹ ਤੇਜ ਦਿਮਾਗ, ਅਤ ਸੁੰਦਰ ਕੁਲੀਨ, ਚਤਰ, ਮੁਖ ਗਿਆਨੀ, ਧਨਵੰਤ। ਇਹ ਚੌਥਾ ਗੁਣ, ਚਾਰ ਵੇਦ, ਜਿਸ ਵੇਦ ਦਾ, ਇੱਕ ਵੇਦ ਦਾ ਆਕਾਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿੱਦਾਂ ਹੈ, ਇੱਦਾਂ ਆਕਾਰ ਹੈ ਇੱਕ ਵੇਦ ਦਾ। ਚਾਰ ਵੇਦ ਨੂੰ ਜ਼ਬਾਨੀ ਯਾਦ ਸਨ, ਜ਼ਬਾਨੀ। ਇਕਾਗਰ ਮਨ ਤੋਂ ਬਿਨਾਂ ਬਾਣੀ ਯਾਦ ਨਹੀਂ ਹੁੰਦੀ। ਇਹ ਦਵਾਈਆਂ ਖਾਣ ਦੇ ਨਾਲ ਨਹੀਂ ਯਾਦ ਸ਼ਕਤੀ ਵੱਧਦੀ ਹੈ, ਜਿੰਨੀਆਂ ਮਰਜ਼ੀ ਖਾਈ ਜਾਓ। ਜੇ ਮਨ ਇਕਾਗਰ ਨਹੀਂ ਹੋਵੇਗਾ, ਜੋ ਮਰਜ਼ੀ ਕਰੀਏ, ਜਿੰਨਾ ਚਿਰ ਮਨ ਇਕਾਗਰ ਨਹੀਂ, ਬਾਣੀ ਯਾਦ ਨਹੀਂ ਤੁਹਾਨੂੰ। ਗੁਰੂ ਦਾ ਇਤਿਹਾਸ, ਕੋਈ ਵੀ ਚੀਜ਼ ਯਾਦ ਕਰਨੀ ਹੈ, ਇਹਦੇ ਵਿੱਚ ਮਨ ਦੀ ਇਕਾਗਰਤਾ ਜ਼ਰੂਰੀ ਹੈ। ਦਵਾਈਆਂ ਖਾਣ ਨਾਲ ਜੇ ਇਹ ਯਾਦ ਸ਼ਕਤੀ ਵੱਧਦੀ ਹੁੰਦੀ, ਬੜੇ ਕਰੋੜਾਂਪਤੀ ਪਏ ਨੇ ਜਿਨ੍ਹਾਂ ਦੇ ਜਵਾਬ ਕਮਲੇ ਹੋਏ ਪਏ, ਫਿਰ ਤਾਂ ਉਹ ਠੀਕ ਹੋ ਜਾਂਦੇ। ਇਸ ਕਰਕੇ ਇਤਨਾ ਮਨ ਇਕਾਗਰ ਸੀ ਉਹਦਾ, ਚਾਰ ਵੇਦ ਨੂੰ ਜ਼ਬਾਨੀ ਕੰਠ ਸਨ, ਜ਼ਬਾਨੀ ਪਾਠ ਕਰਦਾ ਹੁੰਦਾ ਸੀ ਚਾਰੇ ਵੇਦਾਂ। 500 ਸਾਲ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਉਚਾਰਨ ਕੀਤੀ ਨੂੰ ਹੋ ਗਿਆ। ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਸਿੱਖਾਂ ਵਿੱਚ ਗਿਣਤੀ ਕਰੀਏ ਤੇ ਅਜੇ 70% ਗੁਰਸਿੱਖਾਂ ਨੂੰ ਜਪਜੀ ਸਾਹਿਬ ਦੀ ਬਾਣੀ ਯਾਦ ਨਹੀਂ। ਹੁਣ ਤਾਂ ਚਾਰ ਵੇਦ ਯਾਦ ਸਨ, ਚਾਰ ਵੇਦ। ਰਹੋ ਵਿਚਾਰ ਮੁਖ ਗਿਆਨੀ, ਮੁਖ ਤੋਂ ਗਿਆਨਵਾਨ ਇਤਨਾ, ਫਿਰ ਧਨਵੰਤ। ਧਨਵੰਤ ਧਨਵਾਨ ਇੰਨਾ ਸੀ, ਸਾਰੀ ਲੰਕਾ ਦੇ ਆਲੇ ਦੁਆਲੇ ਕੋਟ ਮਾਰਿਆ ਸੀ, ਸੋਨਾ ਚੜਾਇਆ ਹੋਇਆ ਸੀ, ਸੋਨਾ। ਫਿਰ ਇਹਨਾਂ ਨਾਲ ਤਾਂ ਉਹ ਵੀ ਚੰਗਾ ਸੀ ਨਾ, ਆਪਣੀ ਜਨਤਾ ਬੜੀ ਬਚਾ ਕੇ ਰੱਖੀ ਹੋਈ ਸੀ ਇਹਨੇ। ਜਨਤਾ ਦੀ ਸਾਰੀ ਸੋਨੇ ਦੇ ਕਿਲੇ ਦੇ ਅੰਦਰ ਰਹਿੰਦੀ ਸੀ ਤੇ ਹੁਣ ਉਸ ਰਾਜੀ ਦੀ ਜੈ ਜੈਕਾਰ ਜ਼ਿਆਦਾ ਹੁੰਦੀ ਹੈ ਜਿਹੜਾ ਜ਼ਿਆਦਾ ਜਨਤਾ ਨੂੰ ਦੁਖੀ ਕਰਦਾ।
ਸਭ ਕੁਝ ਮਿਲਦਾ ਇੱਥੇ ਹੀ। ਇੱਥੇ ਹੀ ਹਿਸਾਬ ਦਾ ਬਰਾਬਰ ਕਰ ਦਿੰਦੇ ਨੇ ਗੁਰੂ ਕੇ ਪਿਆਰੇ। ਰਹੋ ਵਿਚਾਰ, ਇਹ ਪੰਜ ਚੀਜ਼ਾਂ ਜੇ ਅੱਜ ਤੱਕ ਕਿਸੇ ਨੂੰ ਦਿੱਤੀਆਂ ਨੇ, ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ, ਇਹ ਪੰਜ ਚੀਜ਼ਾਂ ਇਹ ਰਾਵਣ ਨੂੰ ਦਿੱਤੀਆਂ। ਉਹਦੇ ਮਨ ਵਿੱਚ ਬੜਾ ਸ਼ਿਵ ਜੀ ਨੂੰ ਪ੍ਰਗਟ ਕਰਨ ਵਾਸਤੇ ਪ੍ਰੇਮ ਪੈਦਾ ਹੋਇਆ ਕਿ ਮੈਂ ਪ੍ਰਗਟ ਕਰਨਾ, ਸਾਖਿਆਤ ਕਰਨਾ। ਸ਼ਿਵ ਜੀ ਨੇ ਸਿਰ ਨਹੀਂ ਮੰਗਿਆ ਕਿ ਮੈਂ ਪ੍ਰਗਟ ਹੋਵਾਂਗਾ ਤਾਂ ਜੇ ਮੈਨੂੰ ਸਿਰ ਵੱਢ ਕੇ ਦੇਏਗਾ। ਜੇ ਤੂੰ ਨਹੀਂ ਪ੍ਰਗਟ ਹੁੰਦਾ ਨਾ, ਫਿਰ ਇਸ ਸਰੀਰ ਦਾ ਮੈਂ ਕਰਨਾ ਵੀ ਕੱਖ ਨਹੀਂ। ਸੀਸ ਵੱਢ ਕੇ ਪੇਟਾ ਚੜਾਉਂਦਾ ਰਿਹਾ। ਇਸ ਕਰਕੇ ਮਨ ਵਿੱਚ ਪ੍ਰੇਮ ਪੈਦਾ ਹੋ ਗਿਆ। ਇਹੋ ਜਿਹਾ ਅਮੀਰ ਮਨੁੱਖ ਇਤਿਹਾਸ ਵਿੱਚ ਆਉਂਦਾ, ਜਦੋਂ ਮਾਰ ਮਾਰ ਕੇ ਬਾਣ ਰਾਮ ਨੇ ਇਹਨੂੰ ਥੱਲੇ ਸੁੱਟ ਦਿੱਤਾ ਨਾ ਧਰਤੀ ਤੇ, ਫਿਰ ਰਾਮ ਕਹਿੰਦਾ ਆਪਣੇ ਭਰਾ ਨੂੰ, ਕਹਿੰਦਾ ਜਾ ਇੱਕ ਸ਼ਕਤੀਸ਼ਾਲੀ ਮਨੁੱਖ ਦੁਨੀਆ ਵਿੱਚ ਜਿਹਦੇ ਵਰਗਾ ਨਹੀਂ ਕੋਈ ਹੋਇਆ ਨਾ ਹੋਵੇਗਾ, ਇਹੋ ਜਿਹਾ ਸ਼ਕਤੀਸ਼ਾਲੀ ਮਨੁੱਖ ਆਪਾਂ ਧਰਤੀ ਤੇ ਸੁੱਟਿਆ। ਉਤੋਂ ਉਪਦੇਸ਼ ਲੈ ਕੇ ਗਿਆ ਲਛਮਣ, ਸਿਰ ਵਾਲੇ ਪਾਸੇ ਖੜ ਗਿਆ ਜਾ ਕੇ, ਉਹ ਬੋਲਿਆ ਹੀ ਨਹੀਂ। ਰਾਮ ਜੀ ਨੂੰ ਆ ਕੇ ਕਹਿੰਦਾ ਜੀ ਤਾਂ ਬੋਲਿਆ ਹੀ ਨਹੀਂ। ਉਹ ਕਹਿੰਦੇ ਮੂਰਖਾ, ਜੇ ਕੁਛ ਲੈਣਾ ਹੋਵੇ ਤਾਂ ਚਰਨ ਵਾਲੇ ਪਾਸੇ ਖੜੋਣਾ ਸੀ, ਜਾ ਸਿਰ ਵਾਲੇ ਪਾਸੇ ਥੋੜਾ ਕੁਝ ਪ੍ਰਾਪਤ। ਫਿਰ ਗਿਆ ਦੁਬਾਰੇ ਚਰਨ ਵਾਲੇ ਪਾਸੇ ਖਲੋ ਗਿਆ। ਕਹਿੰਦਾ ਇਹ ਦੁਨੀਆ ਨੂੰ ਅਲਵਿਦਾ ਕਹਿ ਕੇ ਤੂੰ ਜਾ ਰਿਹਾ, ਕੋਈ ਉਪਦੇਸ਼ ਦੇ। ਕਹਿੰਦਾ ਬਸ ਜਿਹੜਾ ਕੰਮ ਕੱਲ ਤੇ ਛੱਡਣਾ ਨਾ, ਉਹ ਅੱਜ ਹੀ ਕਰ। ਇਹ ਬਾਣੀ ਦਾ ਹੀ ਬਚਨ, ਕਾਲ ਕਰੰਤ ਅਬ ਹੈ ਕਰ, ਅਬ ਕਰਤਾ ਸੋਇ ਤਾਲ, ਪਾਛੈ ਕੁਛ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ। ਬਾਕੀ ਨੇ ਕੱਲ ਤੇ ਨਾ ਛੱਡੀ, ਇਹ ਉਪਦੇਸ਼ ਹੈ। ਚੰਗਾ ਕੰਮ ਜਿਹੜਾ ਉਹ ਕੱਲ ਤੇ ਨਹੀਂ ਛੱਡਣਾ ਚਾਹੀਦਾ, ਉਹ ਅੱਜ ਹੀ ਕਰ ਲਓ। ਅੱਜ ਨਹੀਂ, ਹੁਣੇ ਹੀ ਕਰ ਲਓ ਜਦੋਂ ਯਾਦ ਆ ਜਾਏ। ਗੱਲ ਕੀ ਮਨ ਅੰਦਰ ਭਾਵਨਾ ਪ੍ਰੇਮ ਪੈਦਾ ਹੋਇਆ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਬਾਣੀ ਵਿੱਚ ਲਿਖਿਆ, ਸੰਮਣ ਜਾਓ ਇਸ ਪ੍ਰੇਮ ਕੀ। ਇਹ ਪ੍ਰੇਮ ਦੀ ਗੱਲ ਪੁੱਛਣੀ ਹੈ ਤੇ ਸੰਮਣ ਮੁਸਣ ਨੂੰ ਪੁੱਛੋ ਕਿ ਵਾਹਿਗੁਰੂ ਪਰਮੇਸ਼ਰ ਗੁਰੂ ਕਿਵੇਂ ਖੁਸ਼ ਹੁੰਦਾ ਹੈ। ਦਮ ਕੇ ਹੁੰਦੀ ਸਾਠ, ਕਹਿੰਦੇ ਜੇ ਦਮਾਂ ਨਾਲ ਦਾਮ ਪੈਸੇ, ਜੇ ਪੈਸਿਆਂ ਦੇ ਨਾਲ ਇਹ ਪ੍ਰਾਪਤ ਹੁੰਦਾ ਪਰਮੇਸ਼ਰ ਵਾਹਿਗੁਰੂ ਜਾਂ ਪ੍ਰੇਮ, ਫਿਰ ਰਾਵਣ ਦੇ ਨਾਲੋਂ ਅਮੀਰ ਮਨੁੱਖ ਦੁਨੀਆ ਤੇ ਕੋਈ ਨਹੀਂ ਸੀ। ਜੇ ਪੈਸਿਆਂ ਨਾਲ ਹੀ ਪ੍ਰਾਪਤ ਹੁੰਦਾ ਫਿਰ ਕਿਲੇ ਦੀ ਇੱਕ ਕੰਧ ਦੇ ਦਿੰਦਾ, ਪਲੜੇ ਵਿੱਚ ਧਰ ਦਿੰਦਾ, ਕਿਆ ਇੱਕ ਕੰਧ ਤੇਰੀ ਤੇ ਇੱਧਰ ਆ। ਪਰ ਨਹੀਂ, ਮਹਾਰਾਜ ਕਹਿੰਦੇ ਦਮ ਕਿਉਂ ਹੋਤੀ ਸਾਟ, ਰਾਵਣ ਹੋਤੇ ਸੋ ਰੰਗ ਕਨੈ। ਕਿਹੜਾ ਦੁਨੀਆ ਤੇ ਐਸਾ ਅਮੀਰ ਆਦਮੀ ਹੈ ਰਾਵਣ ਵਰਗਾ, ਜਿਨ ਸਿਰ ਦੀਨੇ ਕਾਟ। ਉਹ ਗੁਰੂ ਦੀ ਖੁਸ਼ੀ ਲੈਣ ਵਾਸਤੇ, ਪਰਮਾਤਮਾ ਨੂੰ ਪਾਉਣ ਵਾਸਤੇ, ਫਿਰ ਰਾਵਣ ਨੂੰ ਕੀ ਲੋੜ ਪਈ ਜਿਹਨੇ ਆਪਣੇ ਸਿਰ ਵੱਢ ਕੇ ਦਿੱਤੇ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਚਨ ਨੇ, ਕਿਸੇ ਐਵੇਂ ਲਖਾਰੀ ਨੇ ਨਹੀਂ ਲਿਖੇ।
ਕਿ 4 ਪੈਸੇ ਦੇ ਕੇ ਲਿਖਾ ਦੇਣਗੇ। ਨਹੀਂ, ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਉਹ ਤਰਾਜੂ ਨੇ, ਉਹ ਤੱਕੜੀ ਨੇ ਸੱਚੇ ਪਾਤਸ਼ਾਹ ਜਿਹੜਾ ਪੂਰਾ ਤੋਲਦੇ। ਕਹਿੰਦੇ ਦਵਾਂ ਨਾਲ, ਇਹ ਪੈਸਿਆਂ ਨਾਲ, ਇਹ ਮਾਇਆ ਨਾਲ, ਇਹ ਪਦਾਰਥਾਂ ਨਾਲ ਬਈ ਪਰਮੇਸ਼ਰ ਦੀ ਪ੍ਰਾਪਤੀ ਨਹੀਂ, ਪਰਮਾਤਮਾ ਦੀ ਪ੍ਰਾਪਤੀ ਨਹੀਂ। ਇਹ ਹਿੰਦੂ ਮਤ ਅਨੁਸਾਰ। ਪਰ ਸਮਾਂ ਆਇਆ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਇਹ ਦੁਨੀਆ ਵਿੱਚ ਪ੍ਰਗਟ ਹੋਏ, 10 ਸਰੀਰ ਧਾਰਨ ਕੀਤੇ, 10ਵਾਂ ਜਾਮਾ ਪਹਿਨ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਇਹ ਹਿੰਦੁਸਤਾਨ ਦੇ ਵਿੱਚ ਬਹੁਤ ਵੱਡੀ ਕ੍ਰਾਂਤੀ ਲਿਆਂਦੀ। ਸਾਡੇ ਕੋਈ ਲੈ ਕੇ ਫਸਲਾਂ ਤੇ ਕਹਿੰਦੇ ਸੀ ਦੇਸ਼ ਬਦਲਾ ਦੇਣਾ, ਇਹਨੂੰ ਕੈਲੀਫੋਰਨੀਆ ਬਣਾ ਦੇਣਾ। ਇੱਥੋਂ ਹੀ ਸਭ ਕੁਝ ਲੈ ਕੇ ਤੇ ਬੀਜਾਂ ਨੂੰ ਥੈਲੀਆਂ ਵਿੱਚ ਪਾ ਕੇ ਕਹਿੰਦੇ ਇਹਨੂੰ ਬਾਹਰਲਾ ਦੇਸ਼ ਬਣਾ ਦਾਂਗੇ। ਕਹਿੰਦੇ ਕ੍ਰਾਂਤੀ ਲਿਆਵਾਂਗੇ ਨਵੀਂ। ਪਰ ਜਿਨ੍ਹਾਂ ਨੇ ਕ੍ਰਾਂਤੀ ਲਿਆਂਦੀ ਹੈ ਨਾ, ਸੱਚੇ ਪਾਤਸ਼ਾਹ ਨਾਮ ਲੈਣ ਦੇ ਨਾਲ ਹੀ ਮਨ ਭਰ ਜਾਂਦਾ, ਰਸਨਾ ਪਵਿੱਤਰ ਹੋ ਜਾਂਦੀ ਹੈ। ਕੌਣ ਐਸਾ ਦੁਨੀਆ ਤੇ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਰਗਾ ਯੋਧਾ, ਸੂਰਬੀਰ, ਬਚਨ ਕੇ ਬਲੀ, ਕਲਮ ਦੇ ਧਨੀ, ਤੇਗ ਦੇ ਧਨੀ ਔਰ ਫਕੀਰ, ਸਾਰਾ ਕੁਝ ਵਾਰ ਕੇ ਪਰਿਵਾਰ। ਮਾਛੂਵਾੜੇ ਦੇ ਜੰਗਲਾਂ ਵਿੱਚ ਸੱਚੇ ਪਾਤਸ਼ਾਹ ਨੇ ਦੱਸਿਆ ਫਕੀਰ ਕੌਣ ਹੁੰਦਾ ਹੈ। ਪਰ ਸੱਚੇ ਪਾਤਸ਼ਾਹ ਨੇ ਉੱਥੇ ਵੀ ਜਿਹੜੇ ਸ਼ਸਤਰ ਨੇ ਇਹਨਾਂ ਨੂੰ ਆਪਣੇ ਕੋਲ ਸਾਂਭ ਕੇ ਰੱਖਿਆ। ਲੋੜ ਪਵੇਗੀ ਇਹ ਸ਼ਸਤਰਾਂ ਦੇ ਨਾਲ ਵੱਡੇ ਵੱਡੇ ਜੰਗ ਯੁੱਧ ਜਿੱਤੇ ਜਾਂਦੇ। ਸ਼ਸਤਰ ਨਹੀਂ ਸਾਰੇ ਮਹਾਰਾਜ ਨੇ, ਚਮਕਦੀ ਦਮਕਦੀ ਸ਼ਮਸ਼ੀਰ ਮਹਾਰਾਜ ਬੇਬਿਆਨ ਕਰਕੇ ਮਾਛੂਵਾੜੇ ਦੇ ਜੰਗਲਾਂ ਵਿੱਚ ਆਰਾਮ ਕਰ ਰਹੇ ਨੇ। ਨਾ ਤਾਜ ਹੈ, ਨਾ ਬਾਜ ਹੈ, ਨਾ ਖਾਲਸਾ ਨਾਲ, ਨਾ ਕੋਈ ਘਰ ਦਾ ਪਰਿਵਾਰ ਮੈਂਬਰ, ਪਰ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਤੇ ਉਹ ਪਰਮੇਸ਼ਰ ਦੀ ਸ਼ਕਤੀ ਸ਼ਸਤਰ, ਉਹ ਸੱਚੇ ਪਾਤਸ਼ਾਹ ਦੇ ਅੰਗ ਸੰਗ ਨੇ ਸਭ। ਇਹਨੂੰ ਧੰਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਦੁਸਹਿਰੇ ਨੂੰ ਫਿਰ ਆਪਣੇ ਨਵੇਂ ਤਰੀਕੇ ਦੇ ਨਾਲ ਇਹਨੂੰ ਮਨਾਉਣਾ ਕੀਤਾ। ਜਿਵੇਂ ਸਦੀਆਂ ਤੋਂ ਲੋਕੀ ਹੋਲੀ ਖੇਡਦੇ ਆਉਂਦੇ ਸਨ, ਇੱਕ ਦੂਜੇ ਦੇ ਉੱਪਰ ਚਿੱਕੜ ਪਾਉਣਾ, ਰੰਗ ਪਾਉਣਾ, ਕੱਟਾ ਪਾਉਣਾ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹਨੂੰ ਹੋਲੀ ਨੂੰ ਤਬਦੀਲ ਕਰ ਦਿੱਤਾ। ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸੱਚੇ ਪਾਤਸ਼ਾਹ ਨੂੰ ਮਹੱਲੇ ਦੇ ਰੂਪ ਦੇ ਵਿੱਚ ਹੋਲਾ ਤੇ ਮਹੱਲਾ, ਖਾਲਸੇ ਦਾ ਹੋਲਾ ਬਣਾ ਦਿੱਤਾ। ਹੋਲਾ ਤੇ ਮਹੱਲਾ ਉੱਥੇ ਕੱਢਿਆ ਜਾਂਦਾ। ਧੰਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਦਿਨ, ਇਹ ਵਿਜੈ ਦਸ਼ਮੀ ਨੂੰ ਸੱਚੇ ਪਾਤਸ਼ਾਹ ਇਹ ਸ਼ਸਤਰਾਂ ਦੀ ਪੂਜਾ ਕਰਦੇ ਹੁੰਦੇ ਸਨ। ਸ਼ਸਤਰਾਂ ਦੀ ਪੂਜਾ ਕੋਟਕਪੂਰੇ ਦੇ ਇਲਾਕੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀਵਾਂ ਦਾ ਉਧਾਰ ਕਰਦੇ ਨੇ। ਦਰਬਾਰ ਸਜਿਆ ਮਹਾਰਾਜ ਜੀ ਦਾ। ਇੱਕ ਪਲਕ ਤੇ ਮਹਾਰਾਜ ਆਪ ਵਿਸ਼ਰਾਮ ਕਰਦੇ ਨੇ, ਸਾਹਮਣੇ ਦਰਸ਼ਨ ਦੇ ਰਹੇ ਨੇ, ਤੇ ਦੂਸਰੇ ਪਲਕ ਤੇ ਸ਼ਸਤਰ ਰੱਖੇ ਹੋਏ ਨੇ ਸੱਚੇ ਪਾਤਸ਼ਾਹ ਨੇ। ਇੱਕ ਸਿੰਘ ਮਹਾਰਾਜ ਜੀ ਤੇ ਚਬਰ ਕਰ ਰਿਹਾ ਤੇ ਦੂਸਰਾ ਸਿੰਘ ਸ਼ਸਤਰਾਂ ਦੇ ਉੱਪਰ ਚਬਰ ਕਰ ਰਿਹਾ। ਸ਼ਸਤਰਾਂ ਦੀ ਪੂਜਾ, ਸ਼ਸਤਰ ਦੀ ਤੇ ਸ਼ਾਸਤਰ ਦੀ ਪੂਜਾ,
ਇਹ ਦੋਨੇ ਗੁਰੂ ਘਰ ਵਿੱਚ ਪ੍ਰਮਾਣ ਨੇ। ਸ਼ਾਸਤਰ ਧਾਰਮਿਕ ਗ੍ਰੰਥ, ਉਹਨਾਂ ਦਾ ਵਰਥਾ ਕਰਨਾ, ਜਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸ਼ਾਸਤਰਾਂ ਦੇ ਮਹਾ ਸ਼ਾਸਤਰ, ਗੁਰੂਆਂ ਦੇ ਗੁਰੂ, ਇਹ ਬਾਣੀ ਨੂੰ ਪੜ੍ਹਨਾ ਵਿਚਾਰਨਾ। ਤੇ ਸ਼ਾਸਤਰ ਕੰਨਾਂ ਕੱਟ ਦਈਏ ਫਿਰ ਸ਼ਾਸਤਰ ਬਣ ਜਾਂਦੇ ਆ, ਕੰਨਾਂ ਲਾ ਦਈਏ ਸ਼ਾਸਤਰ ਬਣ ਜਾਣਗੇ। ਇਹ ਸ਼ਾਸਤਰ ਤੋਂ ਭਾਵ ਹੈ ਵਿਦਿਆ ਪੜ੍ਹਨੀ, ਬਾਣੀ ਪੜ੍ਹਨੀ। ਜੇ ਕੰਨਾਂ ਕੱਟ ਦਈਏ ਸ਼ਾਸਤਰ ਬਣ ਜਾਣਗੇ, ਫਿਰ ਇਹਦੇ ਵਿੱਚ ਪਰਮਾਤਮਾ ਦੀ ਸ਼ਕਤੀ ਆ ਜਾਵੇਗੀ। ਜਿਹੜੇ ਸ਼ਾਸਤਰ ਨੇ ਰਹੋ ਵਿਚਾਰ, ਉਸ ਇਲਾਕੇ ਦਾ ਚੌਧਰੀ ਕਪੂਰਾ ਉਹ ਮਹਾਰਾਜ ਜੀ ਦੇ ਕੋਲ ਆਇਆ। ਜਦੋਂ ਦੇਖਿਆ ਕਿ ਸੱਚੇ ਪਾਤਸ਼ਾਹ ਦੇ ਉੱਪਰ ਚਾਬਰ ਹੋ ਰਿਹਾ, ਦੂਜੇ ਪਾਸੇ ਧਿਆਨ ਗਿਆ ਉਹਦਾ ਤੇ ਸ਼ਸਤਰਾਂ ਦੇ ਉੱਪਰ ਚਾਉ, ਮਨ ਵਿੱਚ ਸਵਾਲ ਲੈ ਕੇ ਬੈਠ ਗਿਆ। ਥੋੜੇ ਸਮੇਂ ਬਾਅਦ ਇਹ ਕਹਿਣ ਲੱਗਾ, ਮਹਾਰਾਜ ਅੱਜ ਤੱਕ ਗੁਰੂਆਂ ਪੀਰਾਂ ਪੈਗੰਬਰਾਂ ਦੇ ਸਿਰ ਦੇ ਉੱਪਰ ਇਹ ਚਾਵਰ ਹੁੰਦੇ ਢੁੱਲਦੇ ਵੇਖੇ ਨੇ, ਪਰ ਸੱਚੇ ਪਾਤਸ਼ਾਹ ਆ ਤੁਸੀਂ ਤਾਂ ਸ਼ਸਤਰਾਂ ਦੇ ਉੱਪਰ ਹੀ ਚਬਰ ਕਰੀ ਜਾ ਰਹੇ, ਇਹ ਨਵਾਂ ਕੰਮ ਨਾ ਵੇਖੇ। ਮਹਾਰਾਜ ਕਹਿਣ ਲੱਗੇ, ਚੌਧਰੀ ਸਾਹਿਬ ਇਹਨਾਂ ਦੀ ਵੀ ਪੂਜਾ ਅਤ ਜ਼ਰੂਰੀ ਹੈ। ਤੇਰਾ ਰਾਜ ਜਿਹੜਾ ਸ਼ਸਤਰਾਂ ਕਰਕੇ ਹੀ ਚੱਲਦਾ, ਸ਼ਸਤਰਾਂ ਕਰਕੇ ਤੈਨੂੰ ਚੌਧਰੀ ਚੌਧਰੀ ਕਹਿੰਦੇ। ਜੇ ਤੇਰੇ ਕੋਲ ਸ਼ਸਤਰ ਨਾ ਹੋਣ, ਨਾਲ ਬੰਦੇ ਨਾ ਰੱਖੇ, ਕੋਈ ਨਹੀਂ ਤੈਨੂੰ ਕਹੇਗਾ, ਭੇਡਾਂ ਦੀ ਨਿਆਈ ਹੋ ਜਾਏਗਾ। ਇਸ ਕਰਕੇ ਇਹਨਾਂ ਦੀ ਪੂਜਾ ਕਰਨੀ ਅਤ ਜ਼ਰੂਰੀ ਹੈ। ਇਹਨਾਂ ਦੇ ਨਾਲ ਵੱਡੇ ਵੱਡੇ ਯੁੱਧ ਫਤਿਹ ਕੀਤੇ ਜਾਂਦੇ ਨੇ। ਮਹਾਰਾਜ ਇਹਨਾਂ ਦੀ ਪੂਜਾ, ਮਹਾਰਾਜ ਕਹਿੰਦੇ ਹਾਂ ਸਾਡੇ ਪੀਰ ਹਨ, ਸਹਿਬ ਸਰੂਤੀ ਸਹੀ ਸਹਤੀ ਯਹ ਹਮਾਰੇ ਪੀਰ। ਇਹ ਸ਼ਸਤਰਾਂ ਦੇ ਨਾਮ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਦਰਜ ਕੀਤੇ। ਚੌਧਰੀ ਸਾਹਿਬ ਸਾਡੇ ਇਹ ਗੁਰੂ ਨੇ, ਸ਼ਸਤਰ ਨੇ, ਜਿਹੜੇ ਸਾਡੇ ਪੀਰ ਹਨ। ਕਹਿੰਦੇ ਇਹਨਾਂ ਦੇ ਨਾਲ ਕਿਵੇਂ ਸਰ ਕਿਵੇਂ ਕੀਤੇ ਜਾਂਦੇ ਆ, ਯੁੱਧ ਕਿਵੇਂ ਜਿੱਤੇ ਜਾਂਦੇ। ਮਹਾਰਾਜ ਕਹਿੰਦੇ ਚੰਗਾ ਹੋ, ਸਾਨੂੰ ਸੋਹੀਆਂ ਨੇ ਖਬਰ ਦਿੱਤੀ ਹੈ ਕਿ ਵਜ਼ੀਰ ਖਾਂ ਸਾਡੇ ਮਗਰ ਪਿਆ ਫੌਜਾਂ ਲੈ ਕੇ, ਤੇਰਾ ਕਿਲ੍ਹਾ ਦੇ ਦੇ, ਫਿਰ ਤੈਨੂੰ ਇਹਦੇ ਵਿੱਚ ਅਸੀਂ ਸ਼ਸਤਰਾਂ ਦੇ ਜੌਹਰ ਵਿਖਾ ਦੇਵਾਂਗੇ ਕਿ ਸ਼ਸਤਰ ਤੀਰ ਕਿਵੇਂ ਹੁੰਦੇ ਨੇ। ਰੋ ਵਿਚਾਰ ਇਹ ਕਿਲ੍ਹਾ ਦੇਣ ਤੋਂ ਮੁੱਕਰ ਗਿਆ। ਕਹਿੰਦਾ ਮਹਾਰਾਜ ਜੇ ਤੁਰਕਾਂ ਨੂੰ ਪਤਾ ਲੱਗਿਆ ਫਾਹਾ ਦੇ ਕੇ ਮਾਰ ਦੇਣਗੇ ਮੈਨੂੰ, ਇਸ ਕਰਕੇ ਜੇ ਤੁਸੀਂ ਕਿਲੇ ਹੀ ਰੱਖਣੇ ਸਨ, ਆਪਣਾ ਅਨੰਦਪੁਰ ਸਾਹਿਬ ਦਾ ਤਾਂ ਰੱਖ ਨਹੀਂ ਸਕੇ, ਤਰਕ ਮਾਰਦਾ। ਸੱਚੇ ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ, ਅਸੀਂ ਤਾਂ ਇਹ ਯੁੱਧ ਕਿਤੇ ਸ਼ਸਤਰਾਂ ਦੇ ਜੌਹਰ ਕਿਤੇ ਟਿੱਬਿਆਂ ਵਿੱਚ ਵਿਖਾ ਦੇਵਾਂਗੇ ਜਾ ਕੇ, ਪਰ ਜਿਹੜਾ ਤੂੰ ਬਚਨ ਦੁਆਰਾ ਬੀਜ ਬੀਜਿਆ ਨਾ, ਵਾਕਈ ਤੁਰਕ ਤੈਨੂੰ ਫਾਹਾ ਦੇ ਕੇ ਮਾਰ। ਫਿਰ ਉਹ ਸ਼ਸਤਰਾਂ ਦੇ ਜੌਹਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹ ਢਾਬ ਖਦਰਾਣੇ ਦੀ ਢਾਬ, ਜਿਹਨੂੰ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਨਾਲ ਨਾਲ ਗੁਰੂ ਕਾ ਖਾਲਸਾ ਉਚਾਰਨ ਕਰਦਾ, ਨਾਮ ਲੈਂਦਾ ਉਸ ਸਥਾਨ ਦਾ, ਉੱਥੇ ਮਹਾਰਾਜ ਜੀ ਨੇ ਫਿਰ ਇਹ ਯੁੱਧ ਕੀਤਾ ਸ਼ਸਤਰਾਂ ਦੇ ਜੌਹਰ ਉੱਤੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੁਸਹਿਰੇ ਵਾਲੇ ਦਿਨ ਇਹ ਸਾਰੇ ਸ਼ਸਤਰ ਜਿੰਨੇ ਹੁੰਦੇ ਸਨ ਬਾਹਰ ਪ੍ਰਦਰਸ਼ਨੀ ਲਾ ਕੇ ਤਖਤਾਂ ਦੇ ਉੱਪਰ ਸਜਾ ਕੇ ਸਾਰਿਆਂ ਨੂੰ ਸਭਾ ਕੀਤਾ ਜਾਂਦਾ ਸੀ। ਇਹਨਾਂ ਦੀ ਪੂਜਾ ਹੁੰਦੀ ਸੀ। ਸ੍ਰੀ ਹਜ਼ੂਰ ਸਾਹਿਬ ਜਿੰਨੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸ਼ਸਤਰ ਨੇ, ਇਹ ਚੱਲੀ ਹੋਈ ਮਰਜ਼ਾਦਾ ਅਨੁਸਾਰ
ਇੱਥੇ ਤਾਂ ਹੋਰ ਹੀ ਬਹੁਤ ਕੁਝ ਕਰਦੇ ਨੇ, ਪਰ ਉਹਨਾਂ ਨੂੰ ਮੁਬਾਰਕ ਆਓ, ਤਿਲਕ ਤੁਲਕ ਵੀ ਲਾਉਂਦੇ ਨੇ, ਚਟੰਗਾ ਵੀ ਝਟਕਾਉਂਦੇ ਨੇ, ਬੱਕਰਾ। ਇਹਦੇ ਵਿਚਾਰੇ ਆਪਾਂ ਨਹੀਂ ਵਿਚਾਰ ਕਰ ਸਕਦੇ ਕਿ ਦਸਵੇਂ ਪਾਤਸ਼ਾਹ ਨੇ ਮਰਿਆਦਾ ਚਲਾਈ ਹੈ ਜਾਂ ਕਿਸੇ ਹੋਰ ਨੇ ਚਲਾਈ ਹੈ। ਨਹੀਂ, ਇਹ ਉਹ ਚੀਜ਼ ਤੇ ਕਾਇਮ ਨਹੀਂ, ਉਹ ਇੱਕ ਤਿਲ ਮਾਤਰ ਵੀ ਫਰਕ ਨਹੀਂ ਪੈਣ ਦਿੰਦੇ ਜਿਹੜੀ ਮਰਿਆਦਾ ਚੱਲੀ ਹੈ। ਸਾਰੇ ਸ਼ਸਤਰਾਂ ਨੂੰ ਬਾਹਰ ਕੱਢਿਆ ਜਾਂਦਾ ਹੈ, ਬੇਬਿਆਨ ਕੀਤਾ ਜਾਂਦਾ ਹੈ, ਫਿਰ ਉਹਨਾਂ ਨੂੰ ਸਫਾ ਕੀਤਾ ਜਾਂਦਾ ਹੈ, ਦੇਸੀ ਘਿਓ ਲਾਇਆ ਜਾਂਦਾ ਹੈ। ਜਿੰਨੇ ਵੀ ਅੰਮ੍ਰਿਤਧਾਰੀ ਸਿੰਘ ਨੇ ਨਾ, ਇਹ ਖਾਸ ਕਰਕੇ, ਵੈਸੇ ਤਾਂ ਥੋੜ੍ਹੇ ਦਿਨਾਂ ਬਾਅਦ ਸ਼ਸਤਰ ਨੂੰ ਜ਼ਰੂਰ ਮਾਂਜਣਾ ਚਾਹੀਦਾ, ਸ੍ਰੀ ਸਾਹਿਬ ਨੂੰ ਤੇ ਕੜੇ ਨੂੰ। ਇਹ ਦੋਨਾਂ ਚੀਜ਼ਾਂ ਨੂੰ ਜ਼ਰੂਰ ਮਾਂਜਣਾ ਚਾਹੀਦਾ, ਪਰ ਫਿਰ ਵੀ ਆਪਾਂ ਬਾਹਰ ਹੀ ਬਿਜੀ ਰਹਿੰਦੇ ਹਾਂ, ਕੰਮ ਕਾਜ ਬਹੁਤ ਜ਼ਿਆਦਾ ਨੇ। ਆਪਾਂ ਸਾਲ ਬਾਅਦ ਇੱਕ ਵਾਰੀ ਤਾਂ ਜ਼ਰੂਰ ਇਹਨਾਂ ਨੂੰ ਮਾਂਜ ਲਿਆ ਕਰੋ, ਕੱਢ ਕੇ ਮਾਂਜ ਕੇ ਦੇਸੀ ਘਿਓ ਲਾ ਕੇ ਫਿਰ ਮਿਆਨ ਵਿੱਚ ਪਾਉਣੀ ਹੈ ਸ੍ਰੀ ਸਾਹਿਬ। ਇਹ ਚ ਮਾਈ ਹੈ ਜੀ ਭਾਈ ਹੈ। ਇੱਕ ਵਾਰੀ ਜ਼ਰੂਰ ਇਹਨੂੰ ਪਹਿਲਾਂ ਰਾਖ ਨਾਲ ਮਾਂਜੋ, ਸਾਫ਼ ਕੱਪੜੇ ਨਾਲ ਉਹਨੂੰ ਸਾਫ਼ ਕਰਕੇ ਦੇਸੀ ਘਿਓ ਲਗਾਓ, ਫਿਰ ਇਹਨੂੰ ਮਿਆਨ ਵਿੱਚ ਪਾਓ। ਇਹ ਸ਼ਸਤਰ ਦੀ ਪੂਜਾ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਾਂ ਨੂੰ, ਧੰਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਇਹ ਆਪਾਂ ਨੂੰ ਦੱਸੀ ਹੈ। ਇਹ ਸ਼ਸਤਰ ਹੈ ਜਿਹੜਾ, ਇਹ ਪ੍ਰਮਾਤਮਾ ਦੀ ਸ਼ਕਤੀ ਹੈ, ਅਕਾਲ ਪੁਰਖ ਵਾਹਿਗੁਰੂ ਦੀ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਬਾਣੀ ਵਿੱਚ ਇਸ ਸ਼ਕਤੀ ਦਾ ਸੱਚੇ ਪਾਤਸ਼ਾਹ ਜ਼ਿਕਰ ਕਰਦੇ ਨੇ। ਸ੍ਰੀ ਚੰਡੀ ਜੀ ਦੀ ਵਾਰ ਦੇ ਵਿੱਚ ਪ੍ਰਥਮ ਭਗਤੀ ਸਿਮਰਨਾ, ਭਗਤੀ ਸਿਮਰਨਾ,
ਭਗਉਤੀ ਅਕਾਲ ਪੁਰਖ ਵਾਹਿਗੁਰੂ ਦੀ ਸ਼ਕਤੀ, ਉਹ ਸ਼ਕਤੀ ਦੇ ਚੰਡੀ ਵਿੱਚ ਬਹੁਤ ਨਾਮ ਸੱਚੇ ਪਾਤਸ਼ਾਹ ਨੇ ਦਰਜ ਕੀਤੇ। ਅਕਾਲ ਪੁਰਖ ਵਾਹਿਗੁਰੂ ਨੇ ਉਸ ਸ਼ਕਤੀ ਨੂੰ ਕਿਤੇ ਦੁਰਗਾ ਕਿਹਾ, ਕਿਤੇ ਕਾਲੀ ਕਿਹਾ, ਕਿਤੇ ਚੰਦਕਾ ਕਿਹਾ। ਉਹ ਸ਼ਕਤੀ ਦੇ ਅਨੇਕਾਂ ਨਾਮ ਨੇ। ਇਹਦੇ ਵਿੱਚ ਕਈ ਭੁਲੇਖੇ ਵਿੱਚ ਪੈ ਜਾਂਦੇ ਕਿ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਕਿਤੇ ਇਹਨਾਂ ਦੇਵੀਆਂ ਦੀ ਆਰਾਧਨਾ ਕੀਤੀ ਹੈ। ਨਹੀਂ ਨਹੀਂ, ਇਹ ਦੇਵੀਆਂ ਦੂਵੀਆਂ ਦੀ ਆਰਾਧਨਾ ਥੋੜਾ। ਰਾਮਾ ਅਵਤਾਰ ਦੇ ਅਖੀਰ ਵਿੱਚ ਸੱਚੇ ਪਾਤਸ਼ਾਹ ਨੇ ਆਪਣੀ ਬਾਣੀ ਵਿੱਚ ਇੱਕ ਸਵਈਆ ਉਚਾਰਨ ਕੀਤਾ ਹੈ, ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨੇ। ਆਂਖ ਤਰੇ ਪਾਠ ਨਹੀਂ ਹੈ, ਉੱਪਰ ਬਿੰਦੀ ਲੱਗੀ ਆ, ਆਂਖ ਤਰੇ ਨਹੀਂ ਆਨੇ। ਰਾਮ ਰਹੀਮ ਪੁਰਾਣ ਪੁਰਾਣ ਅਨੇਕ ਕਹਿ ਮਤ ਏਕ ਨ ਮੰਨ। ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹਿ ਹਮ ਏਕ ਨ ਜਾਣਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਵਖੇ। ਸੱਚੇ ਪਾਤਸ਼ਾਹ ਕਹਿੰਦੇ ਇਹ ਤਾਂ ਕਾਮ ਮਨੁੱਖ ਸਨ, ਰਾਜੇ ਸਨ, ਇਹਨਾਂ ਨੂੰ ਤੁਸੀਂ ਆਖਦੇ ਵੀ ਨਹੀਂ ਧਰਿਆ। ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤੇਰੇ ਨਹੀਂ ਆਨੇ ਹੋ। ਰਾਮ ਰਹੀਮ, ਕਿਹੜੇ ਰਾਮ ਰਹੀਮ ਦੀ ਗੱਲ ਕਰਦੇ? ਇਹਨਾਂ ਵੱਲ ਤਾਂ ਵੇਖਿਆ ਵੀ ਨਹੀਂ ਸੱਚੇ ਪਾਤਸ਼ਾਹ। ਠੀਕ ਹੈ, ਇਹ ਆਪਣੀ ਡਿਊਟੀ ਬਜਾ, ਪਰ ਧੰਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਇਹ ਹਿੰਦੁਸਤਾਨ ਨੂੰ ਦੇਣ ਦਿੱਤੀ। ਹਜ਼ਾਰਾਂ ਇੱਥੇ ਆਉਂਦੇ ਸਨ, ਕਦੇ ਅਫਗਾਨੀ ਆਏ, ਇਰਾਨੀ ਆਏ, ਤੁਰਕ ਆਏ, ਬੜੇ ਇੱਥੇ ਆਉਂਦੇ ਸਨ, ਲੁੱਟ ਕੇ ਲੈ ਕੇ ਜਾਂਦੇ ਸਨ। ਬਾਬਰ ਵਰਗਾ 500 ਬੰਦਾ ਲੈ ਕੇ ਆਉਂਦਾ ਸੀ, ਸਾਰੇ ਹਿੰਦੁਸਤਾਨ ਨੂੰ ਲੁੱਟ ਕੇ ਲੈ ਜਾਂਦਾ ਸੀ। ਪਰ ਇਹ ਰੋਕਿਆ ਕਿੰਨੇ? ਜਿਹੜੇ ਦਰਵਾਜ਼ੇ ਥਣੀ ਆਉਂਦੇ ਸਨ ਨਾ, ਫਿਰ ਉਹ ਦਰਵਾਜ਼ੇ ਵਿੱਚ ਧੰਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਯੋਧੇ ਜਰਨੈਲਾਂ ਨੇ ਫਿਰ ਆਪਣੇ ਸ਼ਸਤਰਾਂ ਦੇ ਜੌਹਰ ਵਿਖਾਏ। ਉਹ ਸ਼ਸਤਰ ਲੈ ਕੇ ਉਹ ਦਰਵਾਜ਼ੇ ਦੇ ਮੂਹਰੇ ਖੜ ਕੇ ਜਿਹੜਾ ਖੈਬਰ ਦਾ ਇਲਾਕਾ ਸੀ, ਜਿੰਨੇ ਵੀ ਇੱਧਰੋਂ ਅਫਗਾਨੀ ਇਰਾਨੀ ਆਉਂਦੇ ਸਨ, ਖੈਬਰ ਦੇ ਰਾਹੀਂ ਹਿੰਦੁਸਤਾਨ ਵਿੱਚ ਪ੍ਰਵੇਸ਼ ਕਰਦੇ ਸਨ। ਮਹਾਰਾਜੇ ਰਣਜੀਤ ਸਿੰਘ ਦੇ ਮਹਾ ਜਰਨੈਲ ਨੇ, ਵੱਡੇ ਜਰਨੈਲ ਨੇ ਹਰੀ ਸਿੰਘ ਨਲੂਏ ਨੇ, ਉਹ ਕਿਲ੍ਹਾ ਹੀ ਖੈਬਰ ਦੇ ਦਰਵਾਜ਼ੇ ਦੇ ਉੱਪਰ ਪਾਇਆ। ਜਦੋਂ ਦਾ ਉਹ ਸਿੰਘ ਉੱਥੇ ਬੈਠਾ, ਕਿਸੇ ਦੀ ਮਜਾਲ ਨਹੀਂ ਹਿੰਦੁਸਤਾਨ ਵੱਲ ਝਾਕ ਜਾ। ਇਹ ਕਿਹਦੀ ਕਿਰਪਾ? ਧੰਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ, ਜਿਨ੍ਹਾਂ ਨੇ ਆਪਾਂ ਨੂੰ ਨਾਲ ਮਾਲਾ ਵੀ ਪਕੜਾਈ ਤੇ ਨਾਲ ਸ਼ਸਤਰ ਵੀ ਪਕੜਾਏ ਨੇ। ਇਹ ਪਹਿਲਾਂ ਸਾਰਾ ਦੇਸ਼ ਗੁਲਾਮ ਹੁੰਦਾ ਰਿਹਾ। ਕੌਣ ਕਰਦੇ ਰਹੇ? ਹਮ ਹਿੰਸਾਵਾਦੀ ਹੈ, ਮਾਲਾ ਫੇਰਨ ਵਾਲੇ ਇਕੱਲੇ। ਇਹ ਉਹਨਾਂ ਦੇ ਹੁੰਦਿਆਂ ਦੇਸ਼ ਗੁਲਾਮ ਹੁੰਦੇ ਰਹੇ ਪਹਿਲਾਂ। ਪਰ ਜਦੋਂ ਧੰਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਸਮੇਂ ਵਿੱਚ ਕਰਵਟ ਲਿਆਂਦੀ, ਇਸ ਸਮੇਂ ਨੂੰ ਤਬਦੀਲ ਕੀਤਾ। एक वो मर्द होते हैं जो चलते हैं जमाने के साथ साथ, अगर मर्द वो होते हैं जो जमाने को बदल देते हैं। सच्चे पातशाह ने जमाने ही तब्दील कर दिता। ये रगां विच जिहड़ा जम्मिया होया खून सी ना, गंदा खून, सच्चे पातशाह ने कढ दिता। ਇਹਦੇ ਵਿੱਚ ਅਣਖ ਭਰ ਦਿੱਤੀ, ਇਹਦੇ ਵਿੱਚ ਗੈਰਤ ਭਰ ਦਿੱਤੀ। ਆਪਣੀ ਜ਼ਿੰਦਗੀ ਜਿਉਣ ਦਾ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਢੰਗ ਤੇ ਤਰੀਕਾ ਦੱਸਣਾ ਕੀਤਾ। ਇਸ ਕਰਕੇ ਇਹ ਸ਼ਾਸਤਰਾਂ ਦੀ ਪੂਜਾ ਤੇ ਸ਼ਾਸਤਰ ਦੀ ਪੂਜਾ, ਸੱਚੇ ਪਾਤਸ਼ਾਹ ਮਹਾਰਾਜ ਸ਼ਾਸਤਰਾਂ ਦੇ ਵੀ ਬੜੇ ਆਪਸ ਵਿੱਚ ਯੁੱਧ ਕਰਾਇਆ ਕਰਦੇ ਧੰਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ।
ਬੜਾ ਬੜਾ ਇਨਾਮ ਦਿੰਦੇ ਹੁੰਦੇ ਸਨ ਸੱਚੇ ਪਾਤਸ਼ਾਹ। ਜਿਹੜਾ ਵਧੀਆ ਤੋਂ ਵਧੀਆ ਸ਼ਸਤਰ ਰੱਖਦਾ ਹੁੰਦਾ ਸੀ ਤੇ ਵਧੀਆ ਜੌਹਰ ਦਿਖਾਉਂਦਾ ਸੀ ਜਿਹੜੇ ਸ਼ਸਤਰਾਂ ਨੂੰ। ਇਸ ਕਰਕੇ ਮਹਾਰਾਜ ਜੀ ਨੇ ਆਪਾਂ ਨੂੰ ਇਹ ਪੂਜਾ ਵਿੱਚ ਲਾਉਣਾ ਕੀਤਾ। ਐਵੇਂ ਮੂਰਤੀਆਂ ਦੀ ਪੂਜਾ ਨਹੀਂ ਕਰਨੀ, ਪੱਥਰ ਦੀਆਂ ਜਿਹੜੀਆਂ ਨੇ। ਤੇ ਜਿਹਨੂੰ ਬੰਦਾ ਰੋਜ਼ ਵੇਖੇਗਾ, ਰੋਜ਼ ਜਿਹਦੀ ਪੂਜਾ ਕਰੇਗਾ ਤੇ ਮਨ ਤੇ ਉਹੀ ਅਸਰ ਹੋਏਗਾ। ਇਸ ਕਰਕੇ ਇਹਨਾਂ ਲੋਕਾਂ ਦੇ ਪੱਥਰਾਂ ਨੂੰ ਪੂਜ ਕੇ ਮਨ ਨੇ ਜਿਹੜੇ ਪੱਥਰ ਹੋ ਗਏ ਆ, ਬਿਲਕੁਲ ਮਨ ਪੱਥਰ ਹੋ ਚੁੱਕੇ ਨੇ। ਜਿਹੜਾ ਪੱਥਰ ਹੁੰਦਾ ਉਹ ਸਾਧ ਸੰਗ ਪਾਣੀ ਵਿੱਚ ਭਿੱਜਿਆ ਰਹੇ, 100 ਸਾਲ ਭਿੱਜਿਆ ਰਹੇ ਗੱਲਾਂ ਨੂੰ, ਤੇ ਨਾ ਪੱਥਰ ਵਿੱਚ ਕੋਈ ਚੀਜ਼ ਉਗਦੀ ਹੈ। ਪੱਥਰ ਕਿਸੇ ਦੇ ਵੱਜ ਜਾਵੇ ਤੋੜਦਾ ਦਵੇਗਾ, ਪਰ ਉਹਦੇ ਵਿੱਚ ਕੋਈ ਚੀਜ਼ ਨਹੀਂ ਪੈਦਾ। ਇਸ ਕਰਕੇ ਇਹ ਪੱਥਰ ਇਨਸਾਨ ਹਨ। ਆਪਾਂ ਨੂੰ ਸੱਚੇ ਪਾਤਸ਼ਾਹ ਨੇ ਪੂਜਾ ਵਿੱਚ ਲਾਇਆ। ਪੂਜਾ ਕੀਚੈ ਨਾਮ ਧਿਆਈਐ। ਮਹਾਰਾਜ ਕਹਿੰਦੇ ਐਵੇਂ ਪੱਥਰਾਂ ਦੀ ਪੂਜਾ ਨਹੀਂ ਕਰਦੇ ਫਿਰਨਾ। ਪੱਥਰਾਂ ਨੂੰ ਮੂਹਰੇ ਰੱਖ ਕੇ ਠਾਕੁਰ ਬਣਾ ਕੇ ਪੂਜਦੇ ਨਹੀਂ ਫਿਰਨਾ। ਜੇ ਪੂਜਾ ਕਰਨੀ ਹੈ ਤੇ ਸ਼ਬਦ ਦੀ ਕਰਨੀ ਹੈ। ਪੂਜਾ ਸ਼ਬਦ ਦੀ, ਪਰਚਾ ਸ਼ਬਦ ਦਾ ਤੇ ਦੀਦਾਰ ਖਾਲਸੇ ਦਾ। ਪੂਜਾ ਅਕਾਲ ਪੁਰਖ ਵਾਹਿਗੁਰੂ ਦੀ ਹੈ। ਪੂਜਾ ਕੀਚੈ ਨਾਮ ਧਿਆਈਐ। ਮਹਾਰਾਜ ਕਹਿੰਦੇ ਜੇ ਪੂਜਾ ਹੀ ਕਰਨੀ ਹੈ ਨਾ, ਫਿਰ ਵੀ ਪਰਮੇਸ਼ਰ ਦੇ ਨਾਮ ਨੂੰ ਜਪਿਆ ਕਰ, ਆਰਾਧਿਆ ਕਰ। ਇਹ ਪੂਜਾ ਸ਼ਸਤਰ ਦੀ ਤੇ ਸ਼ਾਸਤਰ ਦੀ ਪੂਜਾ ਧੰਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਆਪਾਂ ਨੂੰ ਦੇਣ ਦਿੱਤੀ ਹੈ। ਪੂਜਾ ਕੀਚੈ ਨਾਮ ਧਿਆਈਐ। ਪੂਜਾ ਕੀਚੈ ਨਾਮ ਧਿਆਈਐ। ਪੂਜਾ ਕੀਚੈ ਨਾਮ ਧਿਆਈਐ। ਪੂਜਾ ਕੀਚੈ ਨਾਮ ਧਿਆਈਐ। ਪੂਜਾ ਕਿਹਦੀ ਆਪਾਂ ਨੂੰ ਸੱਚੇ ਪਾਤਸ਼ਾਹ ਨੇ ਦੱਸਿਆ। ਜਾਗਤ ਜੋਤ ਜਪੈ ਨਿਸ ਬਸ, ਏਕ ਬਿਨਾ ਮਨ ਨੈਕ ਨਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਤੇ ਸ਼ਸਤਰਾਂ ਦੀ ਪੂਜਾ, ਇਹ ਨਾਮ ਜਪਣਾ, ਮਨ ਨੂੰ ਤਿੱਖਾ ਕਰਨਾ ਤੇ ਸ਼ਸਤਰਾਂ ਦੀ ਪੂਜਾ ਕਰਨੀ। ਆਪਣੀ ਸਭੈ ਮਾਨ ਦੀ, ਪਰਿਵਾਰ ਦੀ, ਇਲਾਕੇ ਦੀ, ਦੇਸ਼ ਦੀ ਰਾਖੀ ਕਰਨੀ। ਇਹ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਦੇਣ। ਅੱਜ ਹਿੰਦੁਸਤਾਨ ਸੁਖ ਦੀ ਨੀਂਦ ਨਾਲ ਸੌਂਦਾ ਹੈ, ਇਹ ਸ਼ਸਤਰਾਂ ਦੀ ਦੇਣ। ਜੇ ਸ਼ਸਤਰ ਆਲੇ ਦਾਲੇ ਤੋਪਾਂ ਬੀੜੀਆਂ ਖੜੀਆਂ ਨੇ ਤਾਂ ਹੀ ਦੂਜੇ ਮੁਲਕ ਨਹੀਂ ਝਾਕਦੇ ਨੇ, ਨਹੀਂ ਤੇ ਕਦੋਂ ਦਾ ਇਹਨੂੰ ਲੁੱਟ ਲੱਟ ਕੇ ਲੈ ਜਾਂਦੇ।
ਇਸ ਕਰਕੇ ਇਹ ਸ਼ਸਤਰਾਂ ਦੀ ਪੂਜਾ ਤੇ ਸ਼ਾਸਤਰ ਦੀ ਪੂਜਾ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਇਹ ਦੋਨੋਂ ਚੀਜ਼ਾਂ ਹੀ ਗੁਰੂ ਘਰ ਵਿੱਚ ਪ੍ਰਵਾਨ ਹਨ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਦੋਨੋਂ ਚੀਜ਼ਾਂ ਆਪਾਂ ਨੂੰ ਸ੍ਰੀ ਨੰਦੇੜ ਸਾਹਿਬ ਸੱਚਖੰਡ ਹਜ਼ੂਰ ਸਾਹਿਬ ਦੀ ਧਰਤੀ ਤੇ ਆਪਾਂ ਨੂੰ ਬਖਸ਼ਿਸ਼ ਕੀਤੀਆਂ। ਕਿਤੇ ਖਾਲਸੇ ਨੇ ਵੇਸਲੇ ਨਹੀਂ ਹੋਣਾ, ਸ਼ਸਤਰ ਵੀ ਮਾਜ ਕੇ ਤਿਆਰ ਕਰਕੇ ਰੱਖਣੇ ਨੇ ਤੇ ਹੋਰ ਅੱਗੇ ਕਿਸੇ ਮੱਥਾ ਵੀ ਨਹੀਂ ਕਿਸੇ ਅੱਗੇ ਰਗੜਦੇ ਰਹਿਣਾ, ਮੂਰਤੀਆਂ ਨਹੀਂ ਮੰਨਣਾ, ਪੂਜਾ ਨਹੀਂ ਕਰਨੀ ਤੇ ਨਮਸਕਾਰ ਕਰਨੀ ਹੈ, ਮੱਥਾ ਰਗੜਨਾ ਤਾਂ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸ਼ਸਤਰ ਦੀ ਤੇ ਸ਼ਾਸਤਰ ਦੀ ਪੂਜਾ ਮਹਾਰਾਜ ਨੇ ਆਪਾਂ ਨੂੰ ਦੱਸਣਾ ਕੀਤੀ, ਜਿਹਦੀ ਆਪਾਂ ਕੁਛ ਬੁੱਧੀ ਅਨੁਸਾਰ ਗੁਰਬਾਣੀ ਅਨੁਸਾਰ ਵਿਚਾਰ ਕੀਤੀ। ਆਓ ਹੁਣ ਸਮਾਂ ਨਹੀਂ ਜਾਣ ਦਿੰਦਾ, ਸਾਰੇ ਨੰਸਾ ਦੀ ਬਾਣੀ ਨੂੰ ਜੁੜੀਏ, ਫਿਰ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਮੁੱਖ ਵਾਕਾਬ ਜੀ ਨੂੰ ਸਰਵਣ ਕਰਨਾ। ਪਵਿੱਤਰ ਪਾਵਨ ਦੇਗਾਂ ਵਰਤਾਈਆਂ ਜਾਣਗੀਆਂ, ਫਿਰ ਗੁਰੂ ਕੇ ਲੰਗਰ ਤਿਆਰ ਨੇ, ਸਾਰੀਆਂ ਸੰਗਤਾਂ ਨੇ ਗੁਰੂ ਕੇ ਲੰਗਰ ਛਕ ਕੇ ਫਿਰ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ। ਕੋਈ ਚੁੱਕ ਦੀ ਖਿਮਾ ਰਾਮ ਕਲੀ ਮਹੱਲਾ ਤੀਜਾ ਨਾ ਦੇਖੋ ਓੰਕਾਰ ਸਤਿਗੁਰ ਪ੍ਰਸਾਦਿ ਆਨੰਦ ਦਇਆ ਮੇਰੀ ਮਾਏ
ਕਰਤਾ ਹਮ ਮਾਰਗ ਤੇਰੇ ਤੁਮਰੀ ਕਿਰਪਾ ਹੈ ਨੇੜੇ ਨਾਨਕ